स्टूडेंट्स, आज हम सॉल्व करते हैं 6th चैप्टर ट्रायंगल त्रिभुज। इस वीडियो में आप करांगे 6.1 और 6.2 ਅਤੇ एक थ्योरम करांगे जिहड़ी 6.2 ਦੇ ਨਾਲ सेम है। पहला स्टार्ट करते हैं 6.1 जिहदे विच हैगे आ खाली स्थान भरो। चलो आप देखते हैं। सब तो पहला खाली स्थान भरो। उन्होंने सारे चक्कर डैश होंदे हन, सरबंगसम के समरूप होंदे हन। उस तो बाद सारे वर्ग डैश होंदे हन, समरूप होंदे हन। सारे डैश त्रिभुज समरूप होंदे हन। समभुजी जिहड़े होंदे आ उही समरूप होंदे हन। भुजावां दी एक समान संख्या वाले दो बहुभुज समरूप होंदे हन जेकर उन्हां दे संगत कोण बराबर होण ते उन्हां दी संगत भुजावां भी समान अनुपाती होण। जिहड़ी 6.1 आ बहुत घੱਟ चांस है 6.1 ਦੇ ਵਿੱਚੋਂ ਸਮ ਆਉਣਾ ਐਗਜ਼ਾਮ ਦੇ ਵਿੱਚ। ਇਹ ਮੈਂ ਸੋਲਵ ਜ਼ਰੂਰ ਕੀਤੀ ਹੈ 6.1। ਤੁਸੀਂ ਖੁਦ ਦੇਖ ਸਕਦੇ ਹੋ। ਹੇਠ ਲਿਖੇ ਜੋੜਿਆਂ ਦੀਆਂ ਦੋ ਭਿੰਨ ਭਿੰਨ ਉਦਾਹਰਨਾਂ ਦਿਓ। ਸਮਰੂਪ ਚਿੱਤਰ ਦੀਆਂ ਦੋ ਉਦਾਹਰਨਾਂ ਦੇਣੀਆਂ ਹੈਗੀਆਂ। ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਕਹਿੰਦੇ ਹੈਗਾ ਥਰਡ ਸਮ। ਉਹ ਕਹਿੰਦੇ ਕੀ ਚਤੁਰਭੁਜ ਸਮਰੂਪ ਹਨ ਜਾਂ ਨਹੀਂ। ਇਹ ਆਪਾਂ ਨੂੰ ਦੇਖਣ 'ਚ ਹੀ ਲੱਗ ਰਿਹਾ ਇਹ ਸਮਰੂਪ ਨਹੀਂ ਹਨ, ਸੇਮ ਨਹੀਂ ਹਨ। ਇਹ ਐਕਸਰਸਾਈਜ਼ ਤੁਸੀਂ ਖੁਦ ਦੇਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਕਰਦੇ ਇੱਕ ਥਿਊਰਮ। ਇਹ ਥਿਊਰਮ ਦੇ ਰਿਲੇਟਡ ਹੀ ਹੈਗੀ ਹੈ 6.2। ਜੇ ਇਹ ਥਿਊਰਮ ਆਪਾਂ ਨੂੰ ਵਧੀਆ ਲਰਨ ਹੁੰਦੀ ਆ, ਇਹ ਥਿਊਰਮ ਜਿਹੜੀ ਹੈਗੀ ਆ ਇਹ ਬਹੁਤ ਇੰਪੋਰਟੈਂਟ ਹੈਗੀ ਆ, ਐਗਜ਼ਾਮ ਵਿੱਚ ਆ ਸਕਦੀ ਹੈਗੀ ਆ। ਜਿਹੜੀ ਇਹ ਥਿਊਰਮ ਹੈਗੀ ਆ ਬਹੁਤ ਇੰਪੋਰਟੈਂਟ ਆ। ਇਹ ਐਗਜ਼ਾਮ ਦੇ ਵਿੱਚ ਕੀ ਹੋ ਸਕਦਾ ਹੈਗਾ, ਆ ਸਕਦੀ ਹੈਗੀ, ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ। ਤੁਸੀਂ ਲਰਨ ਕਰਨੀ ਹੈਗੀ ਆ, ਧਿਆਨ ਨਾਲ ਸਿੱਖਣਾ ਹੈਗਾ। ਚਲੋ ਆਪਾਂ ਕਰਦੇ ਹਾਂ ਥਿਊਰਮ। ਉਹ ਕਹਿੰਦੇ ਆ ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ। ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ, ਆਪਾਂ ਪਹਿਲਾਂ ਲਵਾਂਗੇ, ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤ੍ਰਿਭੁਜ। ਇਹ ਹੁੰਦਾ ਤ੍ਰਿਭੁਜ। ਇੱਕ ਭੁਜਾ ਦੇ ਸਮਾਂਤਰ, ਇੱਕ ਭੁਜਾ ਇਹਦੇ ਸਮਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ। ਜੇ ਆਪਾਂ ਰੇਖਾ ਖਿੱਚਦੇ ਹਾਂ ਇਹ ਦੋ ਰੇਖਾ ਨੂੰ ਕੱਟਦੀ ਆ ਅਤੇ ਇਹਦੇ ਜਿਹੜੀ ਹੈਗੀ ਸਮਾਂਤਰ ਹੈਗੀ ਆ। ਇੰਨੀ ਆਪਣੀ ਡਾਇਗਰਾਮ ਬਣ ਗਈ। ਤਾਂ ਬਾਕੀ ਦੋ ਭੁਜਾਵਾਂ ਨੂੰ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਬਾਕੀ ਦੋਵੇਂ ਜਿਹੜੀਆਂ ਭੁਜਾਵਾਂ ਹੈਗੀਆਂ ਉਹ ਇੱਕ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਮੀਨਸ ਕਿ ਆਹ ਵਾਲੀ ਜਿਹੜੀ ਆਪਾਂ ਰੇਖਾ ਖਿੱਚੀ ਆ ਇਹਨੇ ਇੰਨੇ ਵਾਲਾ ਤ੍ਰਿਭੁਜ ਅਤੇ ਆਹ ਨੀਚੇ ਵਾਲੀ ਸਾਈਡ ਉਹ ਕਹਿੰਦੇ ਦੋਨੋਂ ਜਿਹੜੀਆਂ ਹੈਗੀਆਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਇੰਨੀ ਚੀਜ਼ ਆਪਾਂ ਨੂੰ ਡਾਇਗਰਾਮ ਦੇ ਵਿੱਚ ਦਿੱਤੀ ਹੈਗੀ ਆ। ਇਸ ਤੋਂ ਬਾਅਦ ਆਪਾਂ ਕਰਦੇ ਹੈਗੇ ਆ, ਸਾਨੂੰ ਇੱਕ ਤ੍ਰਿਭੁਜ ABC ਦਿੱਤੀ ਹੋਈ ਆ ਜਿਹਦੇ ਵਿੱਚ ਭੁਜਾ ਜਿਹੜੀ BC ਦੇ ਸਮਾਂਤਰ ਇੱਕ ਖਿੱਚੀ ਹੈਗੀ ਆ। ਕਿਹੜੀ ਖਿੱਚੀ ਆਪਾਂ? DE ਖਿੱਚੀ ਹੈਗੀ ਆ ਜਿਹੜੀ ਬਾਕੀ ਦੋ ਭੁਜਾਵਾਂ ਨੂੰ ਕੱਟਦੀ ਹੈਗੀ ਆ। AB ਨੂੰ ਅਤੇ AC ਨੂੰ ਜਿਹੜੀ ਹੈਗੀ ਕਰਵਰ D ਅਤੇ E ਉੱਤੇ ਕੱਟਦੀ ਹੈਗੀ। ਇੰਨੀ ਚੀਜ਼ ਆਪਾਂ ਨੂੰ ਦਿੱਤੀ ਹੈਗੀ ਆ। ਆਪਾਂ ਨੂੰ ਸਿਰਫ ਇੱਕ ਤ੍ਰਿਭੁਜ ਦਿੱਤਾ, ਇੱਕ ਰੇਖਾ ਦਿੱਤੀ ਜਿਹੜੀ ਦੋ ਭੁਜਾਵਾਂ ਨੂੰ ਕੱਟਦੀ ਅਤੇ ਤੀਜੀ ਦੇ ਸਮਾਂਤਰ ਆ। ਆਪਾਂ ਨੂੰ ਸਿਰਫ ਇੰਨੀ ਚੀਜ਼ ਦਿੱਤੀ ਆ। ਆਪਾਂ ਨੂੰ ABC ਨਾਮ ਦਿੱਤਾ, ਆਹ ਜਿਹੜੀ ਰੇਖਾ ਖਿੱਚੀ ਇਹਨੂੰ DE ਨਾਮ ਦਿੱਤਾ। ਇਹ ਚੀਜ਼ ਆਪਾਂ ਨੂੰ ਦਿੱਤਾ ਹੋਇਆ ਹੈਗਾ। ਸਿੱਧਾ ਆਪਾਂ ਕੀ ਕਰਨਾ ਹੈਗਾ, ਸਿੱਧਾ ਆਪਾਂ ਕਰਨਾ ਉਹਨਾਂ ਨੇ ਕਿਹਾ ਹੈਗਾ ਨਾ ਜਿਹੜੀਆਂ ਇਹ ਲਾਈਨ ਜਿਹੜੀ ਹੈਗੀ ਰੇਖਾ ਖਿੱਚੀ ਹੈਗੀ ਆ ਬਿੰਦੂਆਂ 'ਤੇ ਕੱਟਦੀ ਹੋਈ ਇੱਕ ਹੀ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੇ। ਸਿੱਧਾ ਆਪਾਂ ਕਰਨਾ AD ਬਟਾ DB ਬਰਾਬਰ AE ਬਟਾ EC। ਇਹ ਚੀਜ਼ ਆਪਾਂ ਸਿੱਧ ਕਰਨੀ ਆ। ਰਚਨਾ ਆਪਾਂ ਕੀ ਕਰਾਂਗੇ, ਰਚਨਾ ਆਪਾਂ ਕਰਾਂਗੇ ਜਿਹੜਾ ਹੈਗਾ ਆਪਣੇ ਕੋਲੇ, ਰਚਨਾ ਆਪਾਂ ਕਰਦੇ ਹੈਗੇ ਜਿਹੜਾ ਆਪਣੇ ਕੋਲੇ ਹੈਗਾ B ਅਤੇ ਜਿਹੜਾ ਆਪਣੇ ਕੋਲ ਹੈਗਾ B ਨੂੰ ਅਤੇ E ਨੂੰ ਅਤੇ C ਨੂੰ ਅਤੇ D ਨੂੰ ਆਪਾਂ ਆਪਸ ਦੇ ਵਿੱਚ ਕੀ ਕਰ ਦੇਵਾਂਗੇ, ਮਿਲਾ ਦੇਵਾਂਗੇ। ਅਤੇ ਇੱਕ ਆਪਾਂ ਜਿਹੜਾ ਲੰਬ ਖਿੱਚਾਂਗੇ DM ਲੰਬ ਖਿੱਚਾਂਗੇ ਆਪਾਂ AC 'ਤੇ ਅਤੇ EN ਲੰਬ ਖਿੱਚਾਂਗੇ ਆਪਾਂ AB 'ਤੇ। ਦੋ ਆਪਾਂ ਲੰਬ ਖਿੱਚੇ ਆ ਅਤੇ ਇਹਨਾਂ ਦੋਨਾਂ ਨੂੰ ਆਪਸ ਵਿੱਚ D ਨੂੰ ਅਤੇ C ਨੂੰ ਆਪਸ ਵਿੱਚ ਮਿਲਾਤਾ, B ਨੂੰ ਅਤੇ E ਨੂੰ ਮਿਲਾਤਾ। ਆਪਾਂ ਲੰਬ ਖਿੱਚਿਆ D ਅਤੇ M ਆਪਾਂ ਲੰਬ ਖਿੱਚਿਆ ਪੂਰੀ ਲਾਈਨ AC 'ਤੇ, ਨਾ ਕਿ ਆਪਾਂ EE 'ਤੇ ਲੰਬ ਨਹੀਂ ਖਿੱਚਿਆ, ਆਪਾਂ AC 'ਤੇ ਲੰਬ ਖਿੱਚਿਆ। ਜਿਹੜਾ ਆਪਾਂ E ਅਤੇ N ਲੰਬ ਖਿੱਚਿਆ ਉਹ ਆਪਾਂ AD 'ਤੇ ਲੰਬ ਨਹੀਂ ਖਿੱਚਿਆ, ਆਪਾਂ AB ਦੇ ਉੱਤੇ ਲੰਬ ਖਿੱਚਿਆ ਹੈਗਾ। ਜਿਹੜਾ ਇਹ ਥਿਊਰਮ ਬਹੁਤ ਇੰਪੋਰਟੈਂਟ ਆ। ਇਹਨੂੰ ਮੂਲ ਸਮਾਨ ਅਨੁਪਾਤ ਥਿਊਰਮ ਵੀ ਕਹਿ ਦਿੰਦੇ ਹੈਗੇ ਆ। ਉਸ ਤੋਂ ਬਾਅਦ ਇਹ ਆਪਣੀ ਰਚਨਾ ਹੋ ਗਈ। ਆਪਾਂ ਨੂੰ ਪਤਾ ਹੈਗਾ ADE
A ਤੇ D ਤੇ E ਦਾ ਖੇਤਰਫਲ ਹੁੰਦਾ ਹੈਗਾ 1/2 ਆਧਾਰ ਗੁਣਾ ਲੰਬ। ਜੇ ਆਪਾਂ ਮੰਨ ਕੇ ਚਲੋ ਆਪਾਂ ਇੰਨੀ ਤ੍ਰਿਭੁਜ ਲੈ ਕੇ ਚੱਲਦੇ ਹੈਗੇ ਆ ADE, ਇਹ ਆਪਣੀ ਹੈਗੀ ਆ ਇੰਨੀ ਆਪਣੀ ਤ੍ਰਿਭੁਜ ADE ਲੈ ਕੇ ਚੱਲਦੇ ਆ। ਇਹਦੇ ਵਿੱਚ ਦੇਖੋ ਆਧਾਰ ਆਪਣਾ ਕੀ ਮੰਨਦੇ ਆ, ਇੱਕ ਵਾਰ ਆਧਾਰ ਆਪਾਂ ਮੰਨਾਂਗੇ AD ਤੇ ਲੰਬ ਮੰਨਾਂਗੇ EN, ਦੂਜੀ ਵਾਰ ਆਪਾਂ ਆਧਾਰ ਮੰਨਾਂਗੇ AE ਤੇ ਲੰਬ ਮੰਨਾਂਗੇ ਆਪਾਂ DM। ਚਲੋ ਆਪਾਂ ਸਟਾਰਟ ਕਰਦੇ ਹਾਂ। ADE ਦੇ ਖੇਤਰਫਲ ਦੇ ਵਿੱਚ 1/2 ਗੁਣਾ ਆਧਾਰ ਗੁਣਾ ਲੰਬ ਹੁੰਦਾ। AD ਆਪਾਂ ਆਧਾਰ ਮੰਨ ਲਿਆ, ਤੁਹਾਨੂੰ ਮੈਂ ਆਖਿਆ ਸੀ E ਤੇ N ਆਪਾਂ ਕੀ ਮੰਨ ਲਿਆ, ਲੰਬ ਮੰਨ ਲਿਆ। EN ਕੀ ਹੈ, E ਤੇ N ਆਪਾਂ ਫਸਟ ਟਾਈਮ ਲੰਬ ਮੰਨ ਲਿਆ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਏਰੀਆ BDE ਦੇ ਵਿੱਚ ਲੈ ਕੇ ਚਲੋ ਏਰੀਆ ਕਿਹੜਾ BD ਤੇ E, ਏਰੀਆ ਆਪਣੇ ਕੋਲ ਹੈਗਾ BD ਤੇ E, ਇੰਨੀ ਚੀਜ਼ ਆਪਾਂ ਲੈ ਕੇ ਚੱਲਦੇ ਹੈਗੇ ਆ। ਇਹਦੇ ਵਿੱਚ ਆਧਾਰ ਆਪਣੇ ਕੋਲ ਹੈਗਾ 1/2 ਗੁਣਾ DB ਅਤੇ ਲੰਬ ਆਪਣੇ ਕੋਲ ਕੀ ਹੈਗਾ, ਇਹਦੇ ਵਿੱਚ ਜਿਹੜਾ ਆਪਾਂ ਲੰਬ ਖਿੱਚਿਆ ਹੈਗਾ, ਕਿਹੜਾ ਆਪਾਂ ਲੰਬ ਖਿੱਚਿਆ EN, ਇਹ ਆਪਾਂ ਇਕੱਲੇ AD ਦੇ ਲੰਬ ਨਹੀਂ ਖਿੱਚਿਆ ਬਲਕਿ ਆਪਾਂ ਪੂਰੀ ਦੇ ਉੱਤੇ ਲੰਬ ਖਿੱਚਿਆ। EN ਆ ਜੂਗਾ ਲੰਬ, ਆਧਾਰ ਆ ਜੂਗਾ D ਤੇ B। ਉਸ ਤੋਂ ਬਾਅਦ ਏਰੀਆ ਲੈਂਦੇ ਆਪਾਂ ADE, ਫਿਰ ਆਪਾਂ ਦੁਬਾਰਾ ਏਰੀਆ ਲੈਂਦੇ ਹੈਗੇ ਉੱਪਰਲਾ A ਤੇ DE। ਇਹਦੇ ਵਿੱਚ ਪਹਿਲਾਂ ਆਪਾਂ ਇਹ ਚੀਜ਼ ਨੂੰ ਲੰਬ ਮੰਨਿਆ, ਇਹ ਚੀਜ਼ ਨੂੰ ਆਧਾਰ ਮੰਨਿਆ, ਹੁਣ ਆਪਾਂ A ਤੇ E ਨੂੰ ਆਧਾਰ ਮੰਨਾਂਗੇ, D ਤੇ M ਨੂੰ ਲੰਬ ਮੰਨਾਂਗੇ, ਮੀਨਸ ਕਿ ਇੱਧਰਲੀ ਆਪਾਂ ਲਾਈਨ ਨੂੰ ਕਰ ਰਹੇ ਹਾਂ। ਉਸ ਤੋਂ ਬਾਅਦ ਆਪਾਂ ਏਰੀਆ ਲਵਾਂਗੇ BE ਤੇ C, ਇਹਦੇ ਵਿੱਚ ਆਧਾਰ ਆਪਣੇ ਕੋਲ EC ਆ, ਲੰਬ ਆਪਣੇ ਕੋਲ D ਤੇ M ਆ, ਆਧਾਰ ਆਪਣੇ ਕੋਲ E ਤੇ C ਆ। ਇੰਨੀ ਚੀਜ਼ ਦੇ ਵਿੱਚ ਕਿਉਂ ਕਰਕੇ ਜਿਹੜਾ ਇਹ ਲੰਬ ਸਿੱਟਿਆ ਇਹ ਆਪਾਂ AE ਤੇ ਨਹੀਂ ਸਿੱਟਿਆ, ਆਪਾਂ AC ਦੇ ਉੱਤੇ ਸੁੱਟਿਆ ਹੈਗਾ। ਉਸ ਤੋਂ ਬਾਅਦ ਇਹ ਬਣ ਗਿਆ ਏਰੀਆ। ਉਸ ਤੋਂ ਬਾਅਦ ਆਪਾਂ ਕਰਦੇ ਹੈਗੇ ਆ ਏਰੀਆ ADE ਬਟਾ ਏਰੀਆ BDE, ਉਸੇ ਤਰ੍ਹਾਂ ਲਿਖ ਲੈਣਾ ਹੈਗਾ। EN ਨਾਲ EN ਕੈਂਸਲ ਹੋ ਜਾਣਗੇ, ਆਪਣੇ ਕੋਲ ਕੀ ਰਹਿ ਜੂਗਾ 1/2 ਆਪਸ ਵਿੱਚ ਕੈਂਸਲ ਹੋਣਗੇ, ਆਪਣੇ ਕੋਲ ਰਹਿ ਜੂ AD ਬਟਾ DB। ਕੀ ਰਹਿ ਗਿਆ ਆਪਣੇ ਕੋਲ AD ਬਟਾ DB, ਇੱਕ ਚੀਜ਼ ਆਪਣੇ ਕੋਲ ਪ੍ਰੂਫ ਹੋ ਗਈ। ਉਸ ਤੋਂ ਬਾਅਦ ਆਪਾਂ ਕਰਦੇ ਏਰੀਆ ADE ਬਟਾ ਏਰੀਆ DEC। ਉਸ ਤੋਂ ਬਾਅਦ ਆਪਣੇ ਕੋਲ ਰਹਿ ਗਿਆ ਏਰੀਆ AE ਤੇ EC ਰਹਿ ਗਿਆ ਆਪਣੇ ਕੋਲ, ਇਹ ਚੀਜ਼ ਰਹਿ ਗਈ। ਇਹ ਸੈਕਿੰਡ ਵਾਲੀ ਪ੍ਰੂਫ ਹੋ ਗਈ ਜਿਹੜੀ ਆਪਾਂ ਐਂ ਕਰਕੇ ਆਪਣੇ ਕੋਲ ਤ੍ਰਿਭੁਜ ਸੀ ਇੰਨੀ ਤੇ ਇੰਨੀ ਚੀਜ਼ ਹੋ ਗਈ AE ਤੇ C, AE ਬਟਾ EC। ਇੱਥੇ ਆਪਣੇ ਕੋਲ ਸੀ AD ਤੇ ਇੱਥੇ ਸੀ ਆਪਣੇ ਕੋਲ B, AD ਬਟਾ DB। ਭਾਵੇਂ DB ਲਿਖ ਲਓ, ਭਾਵੇਂ DB ਲਿਖ ਲਓ, ਭਾਵੇਂ BD ਲਿਖ ਲਓ। ਉਸ ਤੋਂ ਬਾਅਦ ਆਪਾਂ ਕਰਦੇ ਹੈਗੇ ਆ ਏਰੀਆ ਤ੍ਰਿਭੁਜ BDE ਤੇ DEC ਇੱਕ ਹੀ ਆਧਾਰ ਤੇ DE ਸਮਾਂਤਰ ਰੇਖਾਵਾਂ BCD ਅਤੇ DE ਦੇ ਵਿਚਕਾਰ ਬਣੇ ਦੋ ਤ੍ਰਿਭੁਜ ਹਨ। ਉਸ ਤੋਂ ਬਾਅਦ ਏਰੀਆ ਆਪਾਂ ਲੈ ਲਿਆ BDE ਤੇ ਏਰੀਆ DEC, ਇਹਨੂੰ ਨਾਮ ਦਿੱਤਾ ਥਰਡ ਆਪਾਂ BDE ਤੇ DEC। ਆਪਾਂ ਏਰੀਆ ਲੈ ਲਿਆ BDE ਤੇ ECB, ਆ ਆਪਾਂ ਏਰੀਆ ਲੈ ਲਿਆ। ਉਸ ਤੋਂ ਬਾਅਦ ਇਹਨੂੰ ਨਾਮ ਦਿੱਤਾ ਥਰਡ। ਇਹ ਤੋਂ ਬਾਅਦ ਕਰਦੇ ਆਪਾਂ 1 2 ਅਤੇ 3 ਦੇ ਵਿੱਚੋਂ ਆਪਣੇ ਕੋਲ ਕੀ ਪ੍ਰਾਪਤ ਹੁੰਦਾ ਹੈਗਾ, ਆਪਣੇ ਕੋਲ ਪ੍ਰਾਪਤ ਹੁੰਦਾ ਹੈਗਾ ਕੀ ਬਣਦਾ ਹੈਗਾ, ਇਹਨਾਂ ਤਿੰਨਾਂ ਨੂੰ ਮਿਲਾ ਕੇ ਆਪਣੇ ਕੋਲ ਬਣਦਾ AD ਬਟਾ DB। ਆਹ ਚੀਜ਼ ਬਣਦੀ ਹੈਗੀ ਆਪਣੇ ਕੋਲ, ਜਿਹੜੀ ਆਪਾਂ ਸਿੱਧ ਕਰਨੀ ਸੀ AD ਸਿੱਧ ਕਰਨਾ ਸੀ ਆਪਾਂ ਜਿਹੜੀ ਚੀਜ਼ AD ਬਟਾ DB ਤੇ AE ਬਟਾ EC, ਇਹ ਚੀਜ਼ ਆਪਣੇ ਕੋਲੇ ਪ੍ਰੂਫ ਹੋ ਗਈ। ਇਹ ਥਿਊਰਮ ਬਹੁਤ ਇੰਪੋਰਟੈਂਟ ਆ ਸਟੂਡੈਂਟਸ, ਤੁਸੀਂ ਚੰਗੀ ਤਰ੍ਹਾਂ ਲਰਨ ਕਰਨੀ ਹੈ। ਜੇ ਇਹ ਥਿਊਰਮ ਤੁਹਾਨੂੰ ਵਧੀਆ ਆਉਂਦੀ ਆ ਤਾਂ ਤੁਸੀਂ ਐਕਸਰਸਾਈਜ਼ 6.2 ਵੀ ਈਜ਼ੀਲੀ ਸੋਲਵ ਕਰ ਸਕਦੇ ਹੋ। ਚਲੋ ਸਟਾਰਟ ਕਰਦੇ ਹਾਂ ਐਕਸਰਸਾਈਜ਼ 6.2, ਜਿਹਦਾ ਫਸਟ ਸਮ ਕੀ ਕਹਿੰਦੇ ਆ। ਫਸਟ ਸਮ ਦਿੱਤਾ ਹੈਗਾ ਉਹਨਾਂ ਨੇ, ਉਹ ਕਹਿੰਦੇ ਹੈਗੇ ਆ 1 ਅਤੇ 2 ਦੋ ਆਪਾਂ ਨੂੰ ਦਿੱਤੀਆਂ ਹੈਗੀਆਂ ਡਾਇਗਰਾਮਾਂ, ਜਿਹਦੇ ਵਿੱਚ DE ਪੈਰਲਲ ਹੈਗੀ ਆ BC ਦੇ। ਦੇਖੋ ਜਿਹੜੀ DE ਆਪਾਂ ਨੂੰ ਦਿੱਤੀ ਹੈਗੀ ਫਸਟ ਦੇ ਵਿੱਚ DE ਪੈਰਲਲ ਆ BC ਦੇ, BC ਹੈਗੀ ਆ। ਉਸ ਤੋਂ ਬਾਅਦ EC ਵਿੱਚ ਉਸ ਤੋਂ ਬਾਅਦ ਕਹਿੰਦੇ ਸੈਕਿੰਡ ਦੇ ਵਿੱਚ ਵੀ ਜਿਹੜੀ DE ਹੈਗੀ ਆ ਉਹ ਪੈਰਲਲ ਹੈਗੀ ਆ BC ਦੇ। ਇਹ ਚੀਜ਼ ਆਪਾਂ ਨੂੰ ਦਿੱਤੀ ਆ, ਆਪਾਂ ਮੁੱਲ ਪਤਾ ਕਰਨਾ ਹੈਗਾ AD ਦਾ, ਮੁੱਲ ਪਤਾ ਕਰਨਾ AD ਜਿਹੜੀ ਹੈਗੀ ਇਹਦਾ ਆਪਾਂ ਮੁੱਲ ਫਾਈਂਡ ਕਰਨਾ ਹੈਗਾ ਸੈਕਿੰਡ ਦੇ ਵਿੱਚ। ਫਸਟ ਦੇ ਵਿੱਚ ਉਹਨਾਂ ਨੇ ਦਿੱਤੀ DE ਪੈਰਲਲ BC ਅਤੇ ਜਿਹੜੀ ਸੈਕਿੰਡ ਆ ਉਹਦੇ ਵਿੱਚ ਆਪਾਂ AD ਦਾ ਮੁੱਲ ਫਾਈਂਡ ਕਰਨਾ ਹੈਗਾ, ਤੇ ਫਸਟ ਦੇ ਵਿੱਚ ਆਪਾਂ EC ਦਾ।
ਫਸਟ ਦੇ ਵਿੱਚ EC ਦਾ ਮੁੱਲ ਫਾਈਂਡ ਕਰਨਾ ਹੈਗਾ ਤੇ ਸੈਕਿੰਡ ਦੇ ਵਿੱਚ AD ਦਾ ਮੁੱਲ ਫਾਈਂਡ ਕਰਨਾ ਹੈ। ਚਲੋ ਸਟਾਰਟ ਕਰਦੇ ਹਾਂ ਫਸਟ ਸਮ। ਫਸਟ ਸਮ ਆਪਾਂ ਨੂੰ ਦਿੱਤਾ ਹੈਗਾ DE ਪੈਰਲਲ, DE ਜਿਹੜੀ ਹੈਗੀ DE ਪੈਰਲਲ ਹੈਗੀ BC ਦੇ, AD ਦੀ ਆਪਾਂ ਨੂੰ ਵੈਲਿਊ ਦਿੱਤੀ ਆ, AE ਦੀ ਵੈਲਿਊ ਦਿੱਤੀ ਆ। ਆਪਾਂ ਨੂੰ ਜਿਹੜੀ DB 3 ਸਮ ਬਣ ਗਈ ਆਪਣੇ ਕੋਲੇ। AD ਦੀ ਵੈਲਿਊ ਕਿੰਨੀ ਹੈਗੀ ਆਪਣੇ ਕੋਲੇ, ਚਲੋ ਦੇਖਦੇ ਹਾਂ। AD ਦੀ ਵੈਲਿਊ ਹੈਗੀ ਆਪਣੇ ਕੋਲ 1.5 ਸਮ, AE ਦੀ ਵੈਲਿਊ ਹੈਗੀ ਆਪਣੇ ਕੋਲ 1 ਸਮ ਤੇ DB ਦੀ ਵੈਲਿਊ ਆਪਾਂ ਨੂੰ 3 ਸਮ ਦਿੱਤੀ। EC ਦੀ ਵੈਲਿਊ ਆਪਾਂ ਮੰਨ ਕੇ ਚੱਲਾਂਗੇ X। ਉਸ ਤਰ੍ਹਾਂ ਮੂਲ ਸਮਾਨ ਅਨੁਪਾਤ ਥਿਊਰਮ ਲਾਵਾਂਗੇ ਜਿਹੜੀ ਆਪਾਂ ਕਰਕੇ ਆਏ ਆ। ਉਹਦਾ ਜਿਹੜਾ ਆਪਾਂ ਸਿੱਧ ਕੀਤਾ ਸੀ ਉਹ ਸੀਗਾ ਆਪਣੇ ਕੋਲੇ AD ਬਟਾ DB ਬਰਾਬਰ AE ਬਟਾ EC। ਉਸੇ ਤਰ੍ਹਾਂ ਵੈਲਿਊ ਪੁੱਟ ਕਰ ਦਾਂਗੇ। ਵੈਲਿਊ ਪੁੱਟ ਕਰਨ ਤੋਂ ਬਾਅਦ ਆਪਾਂ ਤਿਰਛੀ ਗੁਣਾ ਕਰ ਦਾਂਗੇ। ਤਿਰਛੀ ਗੁਣਾ ਕਰਨ ਤੋਂ ਬਾਅਦ XL ਇੱਕ ਪਾਸੇ ਰੱਖ ਲਾਂਗੇ, ਦੂਜੇ ਇੱਕ ਪਾਸੇ ਰੱਖ ਲਾਂਗੇ, X ਦੀ ਵੈਲਿਊ ਆ ਜੂਗੀ ਆਪਣੇ ਕੋਲੇ। ਸੈਕਿੰਡ ਸਮ ਆਪਾਂ ਖੁਦ ਟਰਾਈ ਕਰਨਾ। ਸੈਕਿੰਡ ਸਮ 'ਚ ਕੀ ਹੈਗਾ, ਆਪਾਂ ਮੁੱਲ ਪਤਾ ਕਰਨਾ ਹੈਗਾ AD ਦਾ। ਉਸੇ ਤਰ੍ਹਾਂ ਆਪਾਂ ਲਿਖ ਲਾਂਗੇ DE ਪੈਰਲਲ ਹੈਗੀ ਆ BC ਦੇ, BD ਦੀ ਵੈਲਿਊ ਲਿਖ ਲਾਂਗੇ ਆਪਾਂ, AE ਦੀ ਵੈਲਿਊ ਦਿੱਤੀ ਆ, EC ਦੀ ਵੈਲਿਊ ਦਿੱਤੀ, AD ਦੀ ਵੈਲਿਊ ਫਾਈਂਡ ਕਰਨੀ ਆ ਆਪਾਂ ਲਿਖਾਂਗੇ AD ਬਟਾ AD ਨੂੰ ਮੰਨ ਲਾਂਗੇ X ਆਪਾਂ, AD ਬਟਾ DB ਬਰਾਬਰ AE ਬਟਾ EC। ਉਸੇ ਤਰ੍ਹਾਂ ਆਪਾਂ AD ਦੀ ਵੈਲਿਊ X ਲਿਖ ਲਾਂਗੇ, ਤਿਰਛੀ ਗੁਣਾ ਕਰ ਲਾਂਗੇ, X ਵਾਲੀ ਇੱਕ ਸਾਈਡ ਰਹਿ ਜਾਣਗੀਆਂ, ਦੂਜੀਆਂ ਇੱਕ ਸਾਈਡ ਰਹਿ ਜਾਣਗੀਆਂ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਸੈਕਿੰਡ ਸਮ। ਸੈਕਿੰਡ ਸਮ 'ਚ ਕੀ ਕਹਿੰਦੇ ਆ, ਉਹ ਕਹਿੰਦੇ ਇੱਕ ਤ੍ਰਿਭੁਜ ਦਿੱਤੀ ਆਪਾਂ ਨੂੰ PQR ਤ੍ਰਿਭੁਜ ਦਿੱਤੀ ਜਿਹਦੀਆਂ ਭੁਜਾਵਾਂ PQ ਅਤੇ PR ਉੱਤੇ, PQ ਦੇ ਉੱਤੇ ਤੇ PR ਦੇ ਉੱਤੇ E ਤੇ F ਬਿੰਦੂ ਦੇ ਉੱਤੇ ਕ੍ਰਮਵਾਰ ਜਿਹੜੀਆਂ ਹੈਗੀਆਂ ਕੱਟਦੀਆਂ। EF ਪੈਰਲਲ ਹੈਗੀ ਆ QR ਦੇ, ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਆ। PE ਆਪਾਂ ਨੂੰ ਦਿੱਤੀ ਹੈਗੀ ਆ 3.9 ਸਮ, EQ ਆਪਾਂ ਨੂੰ ਦਿੱਤੀ 3 ਸਮ, PF ਦਿੱਤੀ 3.6 ਸਮ ਅਤੇ FR ਆਪਾਂ ਨੂੰ ਦਿੱਤੀ 2.4 ਸਮ। ਆਪਾਂ ਕੀ ਕਰਨਾ ਹੈਗਾ, EF ਪੈਰਲਲ ਹੈਗੀ QR, ਆਪਾਂ ਇਹ ਚੀਜ਼ ਫਾਈਂਡ ਕਰਨੀ ਆ। PE ਬਟਾ ਕਰ ਦਾਂਗੇ EQ, ਵੈਲਿਊ ਲਿਖ ਦਾਂਗੇ, ਇਹਨੂੰ ਇੱਕ ਨਾਮ ਦੇ ਦਾਂਗੇ। PF ਬਟਾ FR ਲਿਖ ਦਾਂਗੇ, ਵੈਲਿਊ ਲਿਖ ਦਾਂਗੇ, ਇਹਨੂੰ 2 ਨਾਮ ਦੇ ਦਾਂਗੇ। ਉਸ ਤੋਂ ਬਾਅਦ ਕਰ ਦਾਂਗੇ ਜਿਹੜੀਆਂ ਇਹਨਾਂ ਦੀਆਂ ਵੈਲਿਊ ਆਈਆਂ ਹੈਗੀਆਂ ਉਹਨਾਂ ਨੂੰ ਜਿਹੜਾ ਕਰ ਦਾਂਗੇ ਆਪਾਂ, ਜਿਹੜੀਆਂ ਵੈਲਿਊ ਆ ਗਈਆਂ ਹੈਗੀਆਂ ਆਪਣੇ ਕੋਲ 2 ਨਾਮ ਦੇ ਦਾਂਗੇ। ਸਮੀਕਰਨ 1 ਅਤੇ 2 ਦੇ ਵਿੱਚੋਂ ਉਹ ਆਪਾਂ ਲਿਖਦਾ ਨੋਟ ਇਕੁਅਲ ਟੂ, ਫਿਰ PQ ਤੇ QR ਜਿਹੜੇ ਹੈਗੇ ਪੈਰਲਲ ਨਹੀਂ ਹੈਗੇ। ਸੈਕਿੰਡ ਸਮ ਆਪਾਂ ਖੁਦ ਕਰਨਾ ਹੈਗਾ ਸਟੂਡੈਂਟਸ, ਮੈਥ ਦੇ ਤੋਂ ਤੁਸੀਂ ਦੇਖਣਾ ਹੈਗਾ ਕੀ ਸਮ ਹੈਗਾ। ਥਰਡ ਸਮ 'ਚ ਆਪਾਂ ਨੂੰ PQ ਦੀ ਵੈਲਿਊ ਦਿੱਤੀ ਆ, PQ ਦੀ ਵੈਲਿਊ ਦਿੱਤੀ ਪੂਰੀ ਦੀ, ਤੇ ਆਪਾਂ ਨੂੰ PR ਦੀ ਵੈਲਿਊ ਦਿੱਤੀ ਹੈਗੀ ਆ, ਪੂਰੀ PR ਦੀ ਵੈਲਿਊ ਦਿੱਤੀ ਆ ਆਪਾਂ ਨੂੰ, PE ਦੀ ਵੈਲਿਊ ਦਿੱਤੀ ਤੇ PF ਦੀ ਵੈਲਿਊ ਦਿੱਤੀ ਆ। PE ਦੀ ਵੈਲਿਊ ਦਿੱਤੀ, PF ਦੀ ਵੈਲਿਊ ਦਿੱਤੀ, EQ ਤੇ FR ਦੀ ਵੈਲਿਊ ਖੁਦ ਫਾਈਂਡ ਕਰਾਂਗੇ। ਜਿਹੜੀ ਆਪਾਂ ਨੂੰ ਪੂਰੀ PQ ਦੀ ਵੈਲਿਊ ਦਿੱਤੀ ਉਹਦੇ ਵਿੱਚੋਂ ਮਾਈਨਸ ਕਰ ਦਾਂਗੇ PE ਦੀ ਵੈਲਿਊ, ਪੂਰੀ PR ਦੀ ਵੈਲਿਊ ਦੇ ਵਿੱਚੋਂ ਮਾਈਨਸ ਕਰ ਦਾਂਗੇ PF ਦੀ ਵੈਲਿਊ। ਜਿਹੜੀ ਆਪਣੀ ਵੈਲਿਊ ਆ ਜੂਗੀ EQ ਦੀ ਤੇ FR ਦੀ। FR ਦੀ ਵੈਲਿਊ ਬਣ ਗਈ ਆਹ ਵਾਲੀ, ਤੇ ਉਸ ਤੋਂ ਬਾਅਦ ਆਪਾਂ EQ ਦੀ ਵੈਲਿਊ ਵੀ ਫਾਈਂਡ ਕਰ ਲਈ ਆਵੇ ਮਾਈਨਸ ਕਰਕੇ, ਉਸੇ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਸੀ। ਉਸ ਤੋਂ ਬਾਅਦ ਕਰ ਦਾਂਗੇ PE ਬਟਾ EQ ਤੇ PF ਬਟਾ FR। ਇੱਥੋਂ ਦੋਨੋਂ ਆ ਜਾਣਗੀਆਂ, ਦੋਨੋਂ ਇਕੁਅਲ ਹੈਗੀਆਂ, ਆਪਣੇ ਕੋਲ ਬਰਾਬਰ ਮੁੱਲ ਆ ਇਹ ਦੋਵਾਂ ਦੇ। ਉਸ ਤੋਂ ਬਾਅਦ ਆਪਾਂ ਕਰ ਦਾਂਗੇ EF PQ ਤੇ PR ਇੱਕ ਹੀ ਅਨੁਪਾਤ ਵਿੱਚ ਹਨ, ਇਸ ਲਈ EF ਤੇ QR ਜਿਹੜੀਆਂ ਹੈਗੀਆਂ ਪੈਰਲਲ ਹੈਗੀਆਂ। ਉਸ ਤੋਂ ਬਾਅਦ ਆਪਾਂ ਕਰਦੇ ਥਰਡ ਸਮ, ਉਹਦੇ ਜੇ ਆਪਾਂ ਨੂੰ LM, ਚਲੋ ਦੇਖਦੇ ਹਾਂ ਸਟੂਡੈਂਟਸ, ਕਹਿੰਦੇ ਜੇ ਆਪਾਂ ਨੂੰ LM ਪੈਰਲਲ ਹੈਗੀ ਆ CB ਦੇ ਤੇ LN ਪੈਰਲਲ ਹੈਗੀ ਆ CD ਦੇ, ਮਤਲਬ ਇੰਨੀ ਚੀਜ਼ ਇਹਦੇ ਪੈਰਲਲ, ਇੰਨੀ ਚੀਜ਼ ਇਹਦੇ ਪੈਰਲਲ ਆ, ਤਾਂ ਸਿੱਧ ਕਰੋ EM ਬਟਾ MB ਤੇ EN ਬਟਾ AB ਅਤੇ EN ਬਟਾ AD, ਇਹ ਚੀਜ਼ ਸਿੱਧ ਕਰਨੀ ਆਪਾਂ। ਚਲੋ ਆਪਾਂ ਸਟਾਰਟ ਕਰਦੇ ਹਾਂ। ਜਿਹੜੀ ਚੀਜ਼ ਆਪਾਂ ਨੂੰ ਦਿੱਤੀ LM ਪੈਰਲਲ CB ਦੇ, LN ਪੈਰਲਲ CD ਦੇ ਦਿੱਤਾ ਹੈਗਾ। ABC ਦੇ ਵਿੱਚ ਆਪਾਂ ਕਰਦੇ ਹਾਂ ABC ਉੱਪਰਲੀ ਚੀਜ਼ ਦੇ ਵਿੱਚ A B ਤੇ C, ਇੰਨੀ ਚੀਜ਼ ਦੇ ਵਿੱਚ ਆਪਾਂ ਫਾਈਂਡ ਕਰਦੇ ਹੈਗੇ ਆ। LM ਪੈਰਲਲ ਹੈਗੀ CB ਦੇ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜਦੋਂ LM ਪੈਰਲਲ ਹੈਗੀ CB ਦੇ, ਉਹੀ ਸਮੂਲਨ ਅਨੁਪਾਤ ਸਮਾਨ ਅਨੁਪਾਤ ਥਿਊਰਮ ਲਾਵਾਂਗੇ। EM ਬਟਾ MB ਕਰ ਦਾਂਗੇ, EL ਬਟਾ LC ਕਰ ਦਾਂਗੇ ਆਪਾਂ, ਇਹਨੂੰ ਨਾਮ ਦੇ ਦਾਂਗੇ 1। ਉਸ ਤੋਂ ਬਾਅਦ ਥੱਲੇ ਵਾਲੀ ਤ੍ਰਿਭੁਜ ਦੇ ਵਿੱਚ ACD ਦੇ ਵਿੱਚ AC ਤੇ D ਦੇ ਵਿੱਚ ਆਪਾਂ ਕਰ ਦਾਂਗੇ
ਇਹ ਵੀ ਆਪਾਂ ਇਹਦੇ ਵਿੱਚ ਆਪਾਂ ਨੂੰ ਦਿੱਤਾ ਐਲ ਐਨ ਪੈਰਲਲ ਹੈਗਾ ਸੀ ਡੀ ਦੇ, ਇਸੇ ਲਈ ਆਪਾਂ ਲਿਖ ਦਾਂਗੇ ਏ ਐਲ ਬਟਾ ਐਲ ਸੀ ਅਤੇ ਏ ਬਰਾਬਰ ਏ ਐਨ ਬਟਾ ਐਨ ਡੀ। ਇਹ ਦੋ ਆਪਾਂ ਲਿਖ ਦਾਂਗੇ, ਇਹਨਾਂ ਨੂੰ ਨਾਮ ਦੇ ਦਾਂਗੇ ਦੋਨਾਂ ਨੂੰ, ਇਹਨੂੰ ਨਾਮ ਦੇ ਦਾਂਗੇ 2, 1 ਅਤੇ 2 ਦੋਨਾਂ ਨੂੰ ਆਪਾਂ ਜਿਹੜੇ ਕੈਂਸਲ ਹੋ ਗਏ ਕੈਂਸਲ ਕਰ ਦਾਂਗੇ, ਜਿਹੜੇ ਰਹਿ ਗਏ ਉਹਨਾਂ ਨੂੰ ਆਪਾਂ ਬਰਾਬਰ ਲਿਖ ਲਾਂਗੇ ਏ ਐਨ ਐਨ ਡੀ ਅਤੇ ਏ ਐਮ ਐਮ ਬੀ ਏ ਐਲ ਐਲ ਸੀ। ਏ ਐਲ ਅਤੇ ਐਲ ਸੀ ਆਪਾਂ ਦੋਨੋਂ ਕੈਂਸਲ ਕਰਦੇ, ਏ ਐਨ ਬਟਾ ਐਨ ਡੀ ਬਰਾਬਰ ਏ ਐਮ ਬਟਾ ਐਮ ਬੀ। ਇਹ ਆਪਣੇ ਕੋਲ 2 ਬਣ ਗਏ। ਦੋਨੇ ਪਾਸੇ ਆਪਾਂ ਇੱਕ ਇੱਕ ਇਹਦੇ ਦੋਵੇਂ ਵਿੱਚ ਇੱਕ ਇੱਕ ਜੋੜ ਦੇਵਾਂਗੇ ਆਪਾਂ। ਉਸ ਤੋਂ ਬਾਅਦ ਆਪਣੇ ਕੋਲ ਕੀ ਬਣ ਗਿਆ, ਦੋਨੇ ਪਾਸੇ ਇੱਕ ਇੱਕ ਜੋੜਨ ਤੋਂ ਬਾਅਦ ਆਪਾਂ ਐਲਸੀਐਮ ਵਗੈਰਾ ਕਰਕੇ, ਐਲਸੀਐਮ ਕਰਨ ਤੋਂ ਬਾਅਦ ਆਪਣੇ ਕੋਲ ਏ ਐਮ ਨੇ ਇੱਕ ਵਾਰੀ ਏ ਐਮ ਕੈਂਸਲ ਹੋ ਗਈ, ਐਮ ਬੀ ਏ ਐਮ ਐਮ ਬੀ ਪਲੱਸ ਏ ਐਮ, ਐਮ ਬੀ ਪਲੱਸ ਏ ਐਮ, ਐਮ ਬੀ ਪਲੱਸ ਏ ਐਮ, ਇਹ ਸਾਰੀ ਬਣ ਗਈ ਆਪਣੇ ਕੋਲ ਏ ਬੀ। ਸਾਰੀ ਦਾ ਮੁੱਲ ਭਰ ਦਾਂਗੇ ਆਪਾਂ, ਏ ਬੀ ਬਣ ਗਿਆ ਆਪਣੇ ਕੋਲ। ਹਾਂ, ਉਸ ਤੋਂ ਬਾਅਦ ਨੀਚੇ ਏ ਐਮ ਹੋਵੇਗੀ ਐਨ ਡੀ ਅਤੇ ਏ ਐਨ, ਐਨ ਡੀ ਏ ਐਨ, ਐਨ ਐਨ ਡੀ ਅਤੇ ਏ ਐਨ, ਇਹਦਾ ਸਾਰੀ ਦਾ ਮੁੱਲ ਭਰ ਦਾਂਗੇ ਏ ਡੀ। ਆਪਾਂ ਭਰਤਾ, ਉਸੇ ਤਰ੍ਹਾਂ ਬਰਾਬਰ ਆ ਗਿਆ। ਇਹੀ ਚੀਜ਼ ਆਪਾਂ ਸ਼ੋਅ ਕਰਨੀ ਸੀ, ਪ੍ਰੂਫ ਕਰਨੀ ਸੀ। ਫੋਰਥ ਸਮ ਵਿੱਚ ਉਹ ਕੀ ਕਹਿੰਦੇ ਆ, ਫੋਰਥ ਸਮ ਵਿੱਚ ਉਹ ਕਹਿੰਦੇ ਹੈਗੇ ਆ, ਫੋਰਥ ਸਮ ਵਿੱਚ ਕਹਿੰਦੇ ਹੈਗੇ ਆ ਡੀ ਈ ਪੈਰਲਲ ਹੈਗੀ ਆਪਣੇ ਕੋਲ ਏ ਸੀ ਦੇ, ਅਤੇ ਡੀ ਐਫ ਪੈਰਲਲ ਹੈਗੀ ਆਪਣੇ ਕੋਲ ਏ ਈ ਦੇ। ਮਤਲਬ ਆਹ ਵਾਲੀ ਚੀਜ਼ ਪੈਰਲਲ ਇਸ ਦੇ ਆ, ਅਤੇ ਜਿਹੜੀ ਆਹ ਵਾਲੀ ਚੀਜ਼ ਉਹ ਪੈਰਲਲ ਏ ਈ ਦੇ ਆ। ਇਹ ਚੀਜ਼ ਆਪਾਂ ਨੂੰ ਦਿੱਤੀ ਹੋਈ ਸੀ, ਇੱਦਾਂ ਆਪਾਂ ਕਰਨਾ ਹੈਗਾ ਬੀ ਐਫ ਬਟਾ ਐਫ ਈ ਅਤੇ ਬੀ ਈ ਬਟਾ ਈ ਸੀ। ਮਤਲਬ ਬੀ ਐਫ ਬਟਾ ਐਫ ਈ ਇੰਨੀ ਚੀਜ਼ ਦੇ ਬਟਾ ਇੰਨੀ ਚੀਜ਼, ਉਸ ਤੋਂ ਬਾਅਦ ਬੀ ਈ ਦੇ ਬਟਾ ਈ ਸੀ। ਇਹ ਚੀਜ਼ ਆਪਾਂ ਕੀ ਕਰਨੀ ਹੈਗੀ, ਸਿੱਧ ਕਰਨਾ ਹੈਗਾ। ਹੱਲ ਕਰਾਂਗੇ, ਆਪਾਂ ਨੂੰ ਦਿੱਤਾ ਪੈਰਲਲ ਆ ਡੀ ਈ ਪੈਰਲਲ ਏ ਸੀ ਦੇ ਆ, ਅਤੇ ਡੀ ਐਫ ਪੈਰਲਲ ਜਿਹੜਾ ਏ ਈ ਦੇ ਦਿੱਤਾ। ਏ ਬੀ ਸੀ ਦੇ ਵਿੱਚ ਆਪਾਂ ਦੇਖਦੇ ਹੈਗੇ ਆ, ਪੂਰੀ ਏ ਬੀ ਸੀ ਵੱਡੀ ਤ੍ਰਿਭੁਜ ਦੇ ਵਿੱਚ ਆਪਾਂ ਦੇਖਦੇ ਹਾਂ ਡੀ ਈ ਪੈਰਲਲ ਹੈਗਾ ਏ ਸੀ ਦੇ। ਜਦੋਂ ਡੀ ਈ ਪੈਰਲਲ ਹੈਗਾ ਏ ਸੀ ਦੇ, ਫਿਰ ਆਪਾਂ ਲਿਖ ਸਕਦੇ ਹੈਗੇ ਆ ਬੀ ਡੀ ਬਟਾ ਏ ਡੀ ਜਾਂ ਫਿਰ ਡੀ ਏ ਬਰਾਬਰ ਬੀ ਈ ਬਟਾ ਈ ਸੀ। ਇਹ ਚੀਜ਼ ਆਪਾਂ ਲਿਖ ਸਕਦੇ ਹਾਂ ਪੂਰੀ ਵੱਡੀ ਤ੍ਰਿਭੁਜ ਦੇ ਵਿੱਚ, ਕਿਉਂ ਕਰਕੇ ਮੂਲ ਸਮਾਨ ਅਨੁਪਾਤ ਆ। ਫਿਰ ਆਪਾਂ ਦੇਖਦੇ ਹਾਂ ਏ ਬੀ ਈ ਦੇ ਵਿੱਚ ਇੰਨੀ ਅੱਧੀ ਤ੍ਰਿਭੁਜ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਏ ਬੀ ਈ ਦੇ ਵਿੱਚ ਡੀ ਐਫ ਪੈਰਲਲ ਦਿੱਤਾ ਹੈਗਾ ਆਪਾਂ ਨੂੰ ਏ ਈ ਦੇ, ਉਹਦੇ ਵਿੱਚ ਆਪਾਂ ਲਿਖਾਂਗੇ ਬੀ ਡੀ ਬਟਾ ਏ ਡੀ, ਬੀ ਡੀ ਬਟਾ ਏ ਡੀ, ਬੀ ਐਫ ਬਟਾ ਐਫ ਈ ਜਾਂ ਫਿਰ ਈ ਐਫ। ਇਹਨੂੰ 2 ਨਾਮ ਦੇ ਦਾਂਗੇ, ਦੋਨਾਂ ਦੇ ਵਿੱਚੋਂ ਜਿਹੜੀਆਂ ਇੱਕ ਪਾਸੇ ਵਾਲੇ ਇਕੁਅਲ ਹੋ ਜਾਣਗੀਆਂ ਉਹਨਾਂ ਨੂੰ ਕੈਂਸਲ ਕਰ ਦਾਂਗੇ, ਜਿਹੜੀਆਂ 2 ਰਹਿ ਗਈਆਂ ਉਹਨਾਂ ਨੂੰ ਲਿਖ ਲਵਾਂਗੇ। ਉਹ ਆਪਾਂ ਉਹੀ ਚੀਜ਼ ਆਪਾਂ ਸਿੱਧ ਕਰਨੀ ਸੀਗੀ। ਫਿਫਥ ਸਮ ਦੇ ਵਿੱਚ ਉਹ ਕਹਿੰਦੇ ਹੈਗੇ ਆ ਡੀ ਈ ਪੈਰਲਲ ਹੈਗੀ ਓ ਕਿਊ ਦੇ। ਉਸੇ ਤਰ੍ਹਾਂ ਆਪਾਂ ਨੂੰ ਦਿੱਤਾ ਹੈਗਾ ਜਿਹੜਾ ਡੀ ਈ ਹੈਗਾ ਆਪਣੇ ਕੋਲ ਡੀ ਅਤੇ ਈ, ਇਹ ਪੈਰਲਲ ਹੈਗਾ ਓ ਅਤੇ ਕਿਊ ਦੇ, ਅਤੇ ਡੀ ਐਫ ਪੈਰਲਲ ਹੈਗਾ ਓ ਆਰ ਦੇ। ਮਤਲਬ ਆਹ ਵਾਲੀ ਲਾਈਨ ਇਹਦੇ ਪੈਰਲਲ ਆ, ਆਹ ਵਾਲੀ ਲਾਈਨ ਇਹਦੇ ਪੈਰਲਲ ਹੈਗਾ। ਇਹ ਚੀਜ਼ ਦਿੱਤੀ ਆ, ਆਪਾਂ ਲਿਖਣਾ ਹੈਗਾ, ਸ਼ੋਅ ਕਰਨਾ ਹੈਗਾ ਆਪਾਂ ਈ ਐਫ ਪੈਰਲਲ ਹੈਗੀ ਕਿਊ, ਈ ਐਫ ਜਿਹੜੀ ਹੈਗੀ ਆਪਾਂ ਦੇਖਣਾ ਪੈਰਲਲ ਹੈਗੀ ਹੈ ਆਪਣੇ ਕੋਲ ਕਿਊ ਆਰ ਦੇ। ਇਹ ਚੀਜ਼ ਆਪਾਂ ਦੇਖਣੀ ਹੈ, ਜਿਹੜੀ ਆਹ ਈ ਐਫ ਹੈਗੀ ਇਹ ਪੈਰਲਲ ਆ ਕਿਊ ਆਰ ਦੇ, ਇਹ ਚੀਜ਼ ਆਪਾਂ ਸ਼ੋਅ ਕਰਨੀ ਆ। ਚਲੋ ਸਟਾਰਟ ਕਰਦੇ ਹਾਂ। ਪੀ ਕਿਊ ਆਰ ਪੂਰੀ ਵੱਡੀ ਤ੍ਰਿਭੁਜ ਦੇ ਵਿੱਚ ਡੀ ਈ ਆਪਾਂ ਨੂੰ ਦਿੱਤੀ ਹੈਗੀ ਪੈਰਲਲ ਹੈਗੀ ਆ ਓ ਕਿਊ ਦੇ, ਅਤੇ ਡੀ ਐਫ ਪੈਰਲਲ ਓ ਆਰ ਦੇ। ਸਿੱਧ ਆਪਾਂ ਕਰਨਾ ਉੱਚੀ ਲਿਖ ਲਾਂਗੇ ਪੀ ਓ ਕਿਊ ਤ੍ਰਿਭੁਜ ਦੇ ਵਿੱਚ ਪੀ ਓ ਕਿਊ ਤ੍ਰਿਭੁਜ ਦੇ ਵਿੱਚ, ਇੰਨੀ ਤ੍ਰਿਭੁਜ ਦੇ ਵਿੱਚ ਪਹਿਲਾਂ ਦੇਖਾਂਗੇ ਆਪਾਂ ਪੀ ਓ ਕਿਊ ਦੇ ਵਿੱਚ, ਪੀ ਓ ਕਿਊ ਦੇ ਤ੍ਰਿਭੁਜ ਦੇ ਵਿੱਚ ਦੇਖਦੇ ਹਾਂ ਡੀ ਈ ਪੈਰਲਲ ਓ ਕਿਊ ਦੇ, ਡੀ ਈ ਪੈਰਲਲ ਹੈਗੀ ਓ ਕਿਊ ਦੇ, ਇੰਨੀ ਤ੍ਰਿਭੁਜ ਦੇ ਵਿੱਚ ਦੇਖਦੇ। ਫਿਰ ਆਪਾਂ ਲਿਖ ਸਕਦੇ ਹੈਗੇ ਆ ਪੀ ਈ ਬਟਾ ਈ ਕਿਊ, ਪੀ ਈ ਬਟਾ ਈ ਕਿਊ ਅਤੇ ਪੀ ਡੀ ਪੀ ਓ ਬਟਾ ਓ ਕਿਊ, ਪੀ ਡੀ ਬਟਾ ਡੀ ਓ, ਪੀ ਡੀ ਬਟਾ ਡੀ ਓ, ਇੰਨੀ ਚੀਜ਼ ਆਪਾਂ ਲਿਖ ਸਕਦੇ ਹਾਂ। ਜਦੋਂ ਆਪਾਂ ਨੂੰ ਆਹ ਵਾਲੀ ਚੀਜ਼ ਦਿੱਤੀ ਹੈ ਇੰਨੀ, ਇਹਦੇ ਵਿੱਚ ਪੈਰਲਲ ਡੀ ਈ ਪੈਰਲਲ ਓ ਕਿਊ ਦੇ, ਫਿਰ ਆਪਾਂ ਲਿਖ ਸਕਦੇ ਹੈਗੇ ਏ ਈ ਪੈਰਲਲ, ਫਿਰ ਆਪਾਂ ਲਿਖ ਸਕਦੇ ਹੈਗੇ ਇਹਦੇ ਵਿੱਚ ਪੀ ਈ ਬਟਾ ਈ ਕਿਊ ਬਰਾਬਰ ਪੀ ਡੀ ਬਟਾ ਡੀ ਓ, ਅਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਇੱਧਰਲੀ ਤ੍ਰਿਭੁਜ ਲਵਾਂਗੇ ਆਪਾਂ
POR, ਇਹਦੇ ਵਿੱਚ ਲਿਖ ਸਕਦੇ ਕਿ PF/FR, ਕਿਉਂ ਕਰਕੇ ਆਪਾਂ ਨੂੰ ਦਿੱਤੀ ਹੈ DF ਪੈਰਲਲ ਆ OR ਦੇ, ਫਿਰ ਲਿਖਾਂਗੇ PD/DO, PD ਤੇ DO ਕੈਂਸਲ ਹੋ ਜਾਣਗੇ, ਆਪਣੇ ਕੋਲ ਰਹਿ ਜਾਊਗਾ PE/EQ ਬਰਾਬਰ PF/FR, ਇਹ ਚੀਜ਼ ਆਪਣੇ ਕੋਲ ਰਹਿ ਜਾਊਗੀ। 1 ਅਤੇ 2 ਸਮੀਕਰਨ ਤੋਂ ਇਹ ਚੀਜ਼ ਰਹਿ ਗਈ ਨਾ ਆਪਣੇ ਕੋਲ। ਫਿਰ ਤ੍ਰਿਭੁਜ PQP ਦੇ ਵਿੱਚ PE ਬਟਾ ਆਪਾਂ ਲਿਖੀ EQ ਬਰਾਬਰ PF/FR, ਇਹ ਚੀਜ਼ ਆਪਾਂ ਨੂੰ ਉੱਪਰ ਹੀ ਆਪਾਂ ਸਿੱਧ ਕਰਨੀ ਸੀਗੀ। ਫਿਰ ਦੇਖੋ ਨੈਕਸਟ ਸਮ ਦੇ ਵਿੱਚ OP, ਸੇਮ ਹੀ ਸਮ ਇਹ ਹੈਗਾ, ਤੁਸੀਂ ਖੁਦ ਟਰਾਈ ਕਰਨਾ, ਜਿੱਥੋਂ ਨਹੀਂ ਪਤਾ ਲੱਗਦਾ ਤੁਸੀਂ ਪੁੱਛ ਸਕਦੇ ਹੋ, ਸੋਲਵ ਕੀਤਾ ਹੋਇਆ ਹੈਗਾ ਸਮ, ਤੁਸੀਂ ਦੇਖ ਲੈਣਾ ਹੈਗਾ। 7th ਸਮ ਜਿਹੜੀ ਐਕਸਰਸਾਈਜ਼ ਤੁਸੀਂ ਸਮ ਦੇਖਣਾ ਹੈਗਾ, ਮੈਥ ਦੇ ਤੋਂ ਦੇਖ ਲੈਣਾ ਹੈਗਾ, ਰਕਮ ਉਹਦੀ ਤੁਸੀਂ ਰੀਡ ਕਰ ਲੈਣੀ ਹੈਗੀ ਆ। ਸਮ ਦੇਖਦੇ ਆਪਾਂ ਸੋਲਵ ਕੀਤਾ ਹੋਇਆ। ABC ਆਪਾਂ ਨੂੰ ਕੀ ਦਿੱਤੀ ਹੈਗੀ ਆ, ਇੱਕ ਤ੍ਰਿਭੁਜ ਦਿੱਤੀ ਹੈਗੀ ਆ, ਜਿਹਦੇ ਵਿੱਚ ਮੱਧ ਬਿੰਦੂ ਹੈਗਾ ਆਪਣੇ ਕੋਲੇ D ਤੋਂ ਇੱਕ ਰੇਖਾ ਖਿੱਚੀ ਆ, ਜਿਹਨੂੰ L ਕਹਿੰਦੇ ਆ। L ਆ ਜਿਹੜੀ ਉਹ ਕਹਿੰਦੇ ਪੈਰਲਲ ਹੈਗੀ BC ਦੇ, ਉਹੀ ਗੱਲ ਕਹਿੰਦੇ DE ਪੈਰਲਲ ਹੈਗੀ BC ਦੇ, ਉਹਨਾਂ ਨੇ ਇੱਕ ਰੇਖਾ ਨੂੰ ਨਾਂ ਦਿੱਤਾ L, ਜੋ ਕਿ ਭੁਜਾ AC ਦੇ ਮੱਧ ਬਿੰਦੂ E ਉੱਤੇ ਮਿਲਦੀ ਹੈਗੀ ਆ। AC ਦੇ ਮੱਧ ਬਿੰਦੂ ਜਿਹੜਾ ਹੈਗਾ E 'ਤੇ ਮਿਲਦੀ ਹੈਗੀ, ਅਤੇ AB ਦੇ ਮੱਧ ਬਿੰਦੂ D 'ਤੇ ਮਿਲਦੀ ਹੈਗੀ ਆ। ਸਿੱਧਾ ਆਪਾਂ ਕਰਨਾ ਵੀ ਜਿਹੜੀ ਰੇਖਾ L ਭੁਜਾ ਹੈਗੀ ਉਹ AC ਨੂੰ ਸਮਦੁਭਾਜਿਤ ਕਰਦੀ ਆ। ਜਿਹੜੀ AC ਆਪਾਂ ਜਿਹੜੀ ਆ L ਖਿੱਚਿਆ ਆਪਾਂ ਦੇਖਣਾ AC ਨੂੰ ਸਮਦੁਭਾਜਿਤ ਕਰਦੀ ਆ, ਮਤਲਬ ਸੇਮ ਭਾਗਾਂ ਦੇ ਵਿੱਚ ਵੰਡਦੀ ਹੈਗੀ ਆ। ਚਲੋ ਦੇਖਦੇ ਆ, ਜਿਹੜਾ ਬਿੰਦੂ D ਹੈਗਾ ਭੁਜਾ AB ਦਾ ਮੱਧ ਬਿੰਦੂ ਆ, ਜੇ E AC ਦਾ ਮੱਧ ਬਿੰਦੂ ਹੈਗਾ ਤਾਂ D ਆਪਣੇ ਕੋਲ AB ਦਾ ਮੱਧ ਬਿੰਦੂ ਸ਼ੋ ਆਪਾਂ ਕਰਨਾ। ਜਿਹੜੀ L ਆਪਾਂ ਰੇਖਾ ਖਿੱਚੀ ਆ ਉਹ AC ਨੂੰ ਸਮਦੁਭਾਜਿਤ ਕਰਦੀ ਆ। ਚਲੋ ਦੇਖਦੇ ਆ ਆਪਾਂ, ਜਦੋਂ ਆਪਣੇ ਕੋਲ ਮੂਲ ਸਮਾਨ ਅਨੁਪਾਤ ਥਿਊਰਮ ਹੀ ਬਣਦੀ ਹੈ, ਇੱਥੇ ਆਪਾਂ ਲਿਖ ਸਕਦੇ ਹੈਗੇ AD/DB ਅਤੇ AE/EC, ਇਹ ਚੀਜ਼ ਆਪਾਂ AD/DB AE/EC ਇਹ ਚੀਜ਼ ਲਿਖ ਸਕਦੇ ਆਪਾਂ। ਸਮੀਕਰਨ 1 ਅਤੇ 2 ਦੇ ਵਿੱਚੋਂ ਆਪਾਂ ਲਿਖ ਲਾਂਗੇ। ਆਪਣੇ ਕੋਲ ਰਹਿ ਗਿਆ AE/EC ਬਰਾਬਰ 1, ਆਪਣੇ ਕੋਲ ਰਹਿ ਗਿਆ AE ਬਰਾਬਰ EC ਆ ਗਿਆ। ਬਿੰਦੂ E ਜਿਹੜਾ ਹੈਗਾ AC ਦਾ ਮੱਧ ਬਿੰਦੂ ਆ, L ਵੀ ਜਿਹੜਾ ਹੈਗਾ AC ਨੂੰ ਫਿਰ ਸਮਦੁਭਾਜਿਤ ਕਰਦੀ ਆ। ਬਹੁਤ ਈਜ਼ੀ ਸਮ ਆ, ਬਸ ਮੂਲ ਸਮਾਨ ਅਨੁਪਾਤ ਥਿਊਰਮ ਤੁਸੀਂ ਯਾਦ ਰੱਖਣੀ ਹੈਗੀ ਆ। 8th ਸਮ ਦੀ ਜਿਹੜਾ ਹੈਗਾ ਕੁਐਸਚਨ ਹੈਗਾ ਤੁਸੀਂ ਦੇਖਣਾ ਹੈਗਾ ਮੈਥ ਤੋਂ। ਆਪਾਂ ਸਮ ਨੂੰ ਸੋਲਵ ਕਰਦੇ ਹਾਂ। ਉਵੇਂ ਉਸੇ ਤਰ੍ਹਾਂ ABC ਇੱਕ ਜਿਹੜਾ ਆਪਾਂ ਨੂੰ ਦਿੱਤੀ ਤ੍ਰਿਭੁਜ, ਜਿਹਦੇ 'ਤੇ ਬਿੰਦੂ D ਹੈਗਾ ਅਤੇ E ਹੈਗੇ ਆ। D ਤੇ E ਜਿਹੜੇ ਹੈਗੇ ਕਰਮਰ ਭੁਜਾਵਾਂ AB ਨੂੰ AC ਦੇ ਮੱਧ ਬਿੰਦੂ ਹੈਗੇ, ਇੱਕ L ਰੇਖਾ ਖਿੱਚੀ ਹੈਗੀ। D ਤੇ E ਜਿਹੜੇ ਹੈਗੇ ਆ ਜਿਹੜੀ ਉਹਨਾਂ ਨੂੰ ਮਿਲਾਉਂਦੀ ਹੈਗੀ। ਸਿੱਧ ਉਸੇ ਤਰ੍ਹਾਂ ਆਪਾਂ ਕਰਨਾ ਹੈਗਾ। ਜਿਹੜੀ L ਜਿਹੜੀ ਹੈਗੀ ਉਹ ਪੈਰਲਲ ਹੈਗੀ BC ਦੇ, ਮੀਨਸ ਕਿ ਉਸੇ ਤਰ੍ਹਾਂ ਉੱਪਰ ਸਮ ਕਰਕੇ ਆਏ ਆ DE ਪੈਰਲਲ ਹੈਗੀ BC ਦੇ। ਆਹ ਰੇਖਾ ਤੇ ਆਹ ਰੇਖਾ ਆਪਾਂ ਸਿੱਧ ਕਰਨੀ ਹੈ। ਪਹਿਲਾਂ ਆਪਾਂ 7th ਸਮ ਦੇ ਵਿੱਚ ਕੀਤਾ, ਇੰਨੀ ਚੀਜ਼ ਤੇ ਇੰਨੀ ਚੀਜ਼ ਸ਼ੋ ਕੀਤੀ ਆ। ਹੁਣ ਆਪਾਂ ਆਹ ਵਾਲੀ ਲਾਈਨ ਤੇ ਆਹ ਵਾਲੀ ਲਾਈਨ ਨੂੰ ਸਬੂਤ ਕਰਨਾ। ਬਿੰਦੂ D ਜਿਹੜਾ ਹੈਗਾ AB ਦਾ ਮੱਧ ਬਿੰਦੂ ਤੇ E AC ਦਾ ਮੱਧ ਬਿੰਦੂ ਆ। ਜੇ D ਦਾ ਮੱਧ ਬਿੰਦੂ AD/ ਲਿਖ ਸਕਦੇ DB, ਜੇ E ਦਾ ਮੱਧ ਬਿੰਦੂ AC AE/EC AE/EC ਇਹ ਚੀਜ਼ ਆਪਾਂ ਲਿਖ ਸਕਦੇ ਹੈਗੇ ਆ। 1 ਅਤੇ 2 ਸਮੀਕਰਨ ਦੇ ਵਿੱਚ ਦੋਨੇ ਚੀਜ਼ਾਂ ਇਕੁਅਲ ਆ ਗਈਆਂ। ਉਸੇ ਤਰ੍ਹਾਂ L ਵੀ ਜਿਹੜੀ ਆਪਣੇ ਕੋਲੇ ਬਣ ਗਈ ਇਕੁਅਲ ਬਣ ਗਈ। AD ਤੇ DB AD ਤੇ DB ਇਕੁਅਲ ਆ ਗਈਆਂ, ਅਤੇ AE ਤੇ EC ਇਕੁਅਲ ਆ ਗਿਆ, ਪੈਰਲਲ ਆ ਗਿਆ, ਮੀਨਸ ਕਿ ਇਸੇ ਤਰ੍ਹਾਂ ਆਪਣਾ ਸਮ ਸੋਲਵ ਹੋ ਗਿਆ। 9th ਸਮ ਵਿੱਚ ਦਿੰਦੇ ਆ, ਉਹ ਕਹਿੰਦੇ ABCD ਇੱਕ ਸਮਲੰਬ ਚਤੁਰਭੁਜ ਹੈਗਾ। ABCD ਇੱਕ ਸਮਲੰਬ ਚਤੁਰਭੁਜ ਹੈਗਾ, ਜਿਹਦੇ ਵਿੱਚ A ਤੇ B ਪੈਰਲਲ ਹੈਗੇ ਆ DC ਦੇ, ਅਤੇ ਵਿਕਰਨ ਜਿਹੜੇ AC ਅਤੇ DB ਆਪਸ ਵਿੱਚ ਬਿੰਦੂ O 'ਤੇ ਮਿਲਦੇ ਹੈਗੇ ਆ। ਇਹ ਚੀਜ਼ ਆਪਾਂ ਨੂੰ ਦਿੱਤੀ ਹੈਗੀ ਆ। ਕੱਟਦੇ ਹਨ। ਸਿੱਧਾ ਆਪਾਂ ਕਰਨਾ AO/OC, ਉਸੇ ਤਰ੍ਹਾਂ BO ਬਰਾਬਰ CO/DO। ਇੰਨੀ ਚੀਜ਼ ਇਹਦੇ ਬਟਾ ਇੰਨੀ ਚੀਜ਼ ਇਹਦੇ ਬਟਾ। ਉਸੇ ਤਰ੍ਹਾਂ ਬਿੰਦੂ O ਜਿਹੜਾ ਹੈਗਾ O ਤੋਂ ਇੱਕ L ਰੇਖਾ ਖਿੱਚ ਲਾਂਗੇ। L ਜਿਹੜੀ ਹੈਗੀ ਪੈਰਲਲ ਹੈਗੀ ਆ DC ਦੇ, ਖਿੱਚੋ ਜੋ AD ਨੂੰ ਬਿੰਦੂ E 'ਤੇ ਮਿਲਦੀ ਹੈਗੀ ਆ। ਉਸ ਤਰ੍ਹਾਂ ADC ਦੇ ਵਿੱਚ ADC ਦੇ ਵਿੱਚ ਆਪਾਂ ਕਰਦੇ ਹੈਗੇ ਆ OE ਪੈਰਲਲ ਹੈਗੀ DC ਦੇ। ਜਿਹੜੀ O ਤੇ E ਪੈਰਲਲ ਹੈਗੀ ਆਪਣੇ ਕੋਲੇ OE ਪੈਰਲਲ ਹੈਗੀ DC ਦੇ। ਉਸੇ ਤਰ੍ਹਾਂ ਫਿਰ ਆਪਾਂ ਆਪਣੇ ਕੋਲ ਦਿੱਤੇ ਗਏ ADC ਦੇ ਵਿੱਚ OE ਜਿਹੜੀ ਹੈਗੀ ਆਪਣੇ ਕੋਲ ADC ਦੇ ਵਿੱਚ OE ਪੈਰਲਲ ਹੈਗੀ ਆਪਣੇ ਕੋਲੇ DC ਦੇ ਪੈਰਲਲ ਹੈਗੀ ਆ। ਉਸ ਤਰ੍ਹਾਂ ਆਪਾਂ ਮੂਲ ਸਮਾਨ ਅਨੁਪਾਤ ਥਿਊਰਮ ਲਾ ਦਾਂਗੇ। ਫਿਰ ADB ਦੇ ਵਿੱਚ ਕਰਾਂਗੇ, ਉਸ ਤਰ੍ਹਾਂ ਆਪਾਂ ਉਹ ਚੀਜ਼ ਸ਼ੋ ਕਰ ਦਾਂਗੇ।
10th ਸਮ ਉਹਨੇ ਦਿੱਤਾ ABCD ਇੱਕ ਚਤੁਰਭੁਜ ਹੈ, ਵਕਰਨ AC ਅਤੇ BD ਆਪਸ ਵਿੱਚ ਬਿੰਦੂ O ਤੇ ਕੱਟਦੇ ਹਨ। ਉਹੀ ਚੀਜ਼ ਇਹਦੇ ਵਿੱਚ ਸ਼ੋਅ ਕਰਨੀ 10th ਸਮ ਦੇ ਵਿੱਚ, ਸੇਮ ਸਮ ਹੈਗਾ। ਉਸ ਤਰ੍ਹਾਂ ਸੋਲਵ ਕੀਤਾ ਹੋਇਆ ਤੁਸੀਂ ਖੁਦ ਦੇਖਣਾ ਹੈਗਾ। ਸਟੂਡੈਂਟਸ ਜੇ ਕਿਤੋਂ ਵੀ ਨਹੀਂ ਪਤਾ ਲੱਗਦਾ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਪੁੱਛ ਲੈਣਾ, ਮੈਂ ਦੁਬਾਰਾ ਤੁਹਾਨੂੰ 10th ਸਮ ਜਾਂ ਫਿਰ 9th ਸਮ ਰਿਪੀਟ ਕਰਵਾ ਸਕਦੀ ਹਾਂ। ਥੈਂਕਸ ਫॉर ਵਾਚਿੰਗ ਵੀਡੀਓ। ਅਤੇ ਨੈਕਸਟ ਵੀਡੀਓ ਵਿੱਚ ਆਪਾਂ ਕਰਾਂਗੇ 6.3। ਇਸ 6.2 ਬਹੁਤ ਇੰਪੋਰਟੈਂਟ ਆ। ਇਹਦੇ ਵਿੱਚ ਜਿਹੜਾ ਸਮ ਵੀ ਹੋਊਗਾ ਉਹ ਵੀ ਐਗਜ਼ਾਮ ਵਿੱਚ ਆਊਗਾ ਅਤੇ ਥਿਊਰਮ ਵੀ ਐਗਜ਼ਾਮ ਵਿੱਚ ਆ ਸਕਦੀ ਹੈ, ਕਿਉਂ ਕਰਕੇ 10th ਦੇ ਐਗਜ਼ਾਮ ਵਿੱਚ ਓਨਲੀ 6 ਔਰ 7 ਜਿਹੜੀਆਂ ਥਿਊਰਮਾਂ ਬਹੁਤ ਇੰਪੋਰਟੈਂਟ ਆ, ਉਹਨਾਂ 'ਚੋਂ ਇੱਕ ਜਾਂ ਫਿਰ 2 ਥਿਊਰਮਾਂ ਤਾਂ ਐਗਜ਼ਾਮ ਦੇ ਵਿੱਚ ਜ਼ਰੂਰ ਆਉਣਗੀਆਂ। 6.2 ਐਕਸਰਸਾਈਜ਼ ਫਿਰ ਹੀ ਸੋਲਵ ਕਰਨੀ ਈਜ਼ੀ ਹੈ ਜੇ ਆਪਾਂ ਮੂਲ ਸਮਾਨ ਅਨੁਪਾਤ ਥਿਊਰਮ ਨੂੰ ਰੀਡ ਕਰਦੇ ਹੈਗੇ ਆ। ਥੈਂਕਸ ਫॉर ਵਾਚਿੰਗ ਵੀਡੀਓ।